ਮੇਰੀ ਤੋਬਾ ਜੇ ਮੈਂ ਕਿਸੇ ਰਿਸ਼ਤੇਦਾਰ ਦੇ ਘਰੋਂ ਜਾ ਕੇ ਦਾਵਤ ਖਾਂ। ਅੱਗੇ ਤੇ ਮਿਸਾਲ ਸੀ ਯਾਰੀ ਹੈ ਕਿ ਛੋਲਿਆਂ ਦਾ ਵਾਢਾ ਹੋਣ ਤੇ ਰਿਸ਼ਤੇਦਾਰਾਂ ਤੇ ਵੀ ਇਹ ਮਿਸਾਲਾਂ ਬੜੀਆਂ ਸੋਹਣੀਆਂ ਲੱਗਦੀਆਂ। ਨੌਜਵਾਨ ਕਹਿੰਦਾ ਮੈਂ ਬੜੇ ਸ਼ੌਕ ਨਾਲ ਆਪਣੀ ਫੈਮਿਲੀ ਲੈ ਕੇ ਪਾਕਿਸਤਾਨ ਗਿਆ ਸਾਂ, ਚਲੋ ਆਪਣੇ ਬੱਚਿਆਂ ਨੂੰ ਉੱਥੇ ਫਰਾ ਕੇ ਲਿਆਵਾਂਗਾ। ਕਹਿੰਦਾ ਬਹਰਹਾਲ ਮੈਂ ਜਿਸਲੇ ਪਾਕਿਸਤਾਨ ਪਹੁੰਚਿਆ ਤੇ ਸਾਰੇ ਰਿਸ਼ਤੇਦਾਰ ਜਿਹੜਾ ਬੜੇ ਸ਼ੌਕ ਨਾਲ ਤੇ ਚਾਅ ਨਾਲ ਸਾਡੇ ਘਰ ਮਿਲਣ ਵਾਸਤੇ ਆਏ ਨੇ। ਕਹਿੰਦਾ 3-4 ਦਿਨ ਤੇ ਇਸੇ ਤਰ੍ਹਾਂ ਮਸਰੂਫ ਗੁਜ਼ਰ ਗਏ। ਕਹਿੰਦਾ ਉਸ ਤੋਂ ਬਾਅਦ ਇੱਕ ਹੋਰ ਫੈਮਿਲੀ ਆ ਗਈ, ਬੜੇ ਮਾੜੇ ਜਿਹੇ ਉਹਨਾਂ ਕੱਪੜੇ ਪਾਏ, ਇੰਝ ਲੱਗਦਾ ਸੀ ਕਿਸੇ ਪਿੰਡ 'ਚੋਂ ਆਏ ਨੇ। ਕਹਿੰਦਾ ਉਹਨਾਂ ਨੇ ਕਿਲੋ ਸਾਰੇ ਸੇਬ ਫੜੇ ਸੀ। ਜਿਸਲੇ ਸਾਡੇ ਘਰ ਆਏ ਨੇ, ਆ ਕੇ ਮਿਲੇ ਨੇ, ਮੈਂ ਅਮਰਾਂ ਨੂੰ ਪੁੱਛਿਆ ਕਿ ਇਹ ਕੌਣ ਹੈ ਪੁੱਤਰ, ਫਲਾਣੇ ਪਿੰਡ ਚੋਂ ਆਏ ਨੇ ਤੇ ਇਹ ਵੀ ਤੁਹਾਡੇ ਰਿਸ਼ਤੇਦਾਰ ਨੇ ਦੂਰੋਂ ਪਾਰੂ। ਕਹਿੰਦੇ ਅਸਾਂ ਵੀ ਸੁਣਿਆ ਤੇ ਅਸੀਂ ਵੀ ਜਿਹੜਾ ਤੈਨੂੰ ਮਿਲਣ ਵਾਸਤੇ ਆ ਗਏ ਆ। ਕਹਿੰਦਾ ਬੈਠੇ ਨੇ, ਰੋਟੀ ਛੋਟੀ ਖਵਾਲੀ ਹੈ ਤੇ ਸ਼ਾਮਾਂ ਤੱਕ ਜਿਹੜਾ ਸਾਡੇ ਘਰ ਹੀ ਨੇ, ਮੈਂ ਕਿਧਰੇ ਅੱਗੇ ਪਿੱਛੇ ਨਹੀਂ ਨਿਕਲ ਸਕਿਆ। ਕਹਿੰਦਾ ਬਹਿ ਕੇ ਗੱਪਸ਼ਪ ਲਾਉਂਦੇ ਨੇ ਤੇ ਸ਼ਾਮਾਂ ਵੇਲੇ ਅੱਗੂ ਕਹਿੰਦੇ ਨੇ ਕਿ ਅਸੀਂ ਹੁਣ ਵਾਪਸ ਚੱਲੇ ਆ, ਕਿ ਤੁਸੀਂ ਦੱਸੋ ਸਾਡੇ ਘਰ ਕਦੋਂ ਆਉਣਾ। ਕਹਿੰਦਾ ਮੈਂ ਕਿਹਾ ਤੁਸੀਂ ਆ ਗਏ ਹੋ ਇਹ ਸਾਡੇ ਵਾਸਤੇ ਕਾਫੀ ਹੈ ਨਾ, ਤੁਸੀਂ ਸਾਡੇ ਘਰ ਲਾਜ਼ਮੀ ਆਉਣਾ ਦਾਵਤ ਖਾਣੇ ਵਾਸਤੇ। ਉਹਨਾਂ ਕਹਿੰਦੇ ਨਹੀਂ ਦਾਵਤ ਦੀ ਕਿਹੜੀ ਲੋੜ ਹੈ, ਬਸ ਠੀਕ ਹੈ ਤੁਸੀਂ ਆ ਗਏ ਹੋ। ਨਾ ਸਾਡੇ ਪਿੰਡ ਵਾਲਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਵੀ ਕੋਈ ਰਿਸ਼ਤੇਦਾਰ ਬਾਹਰ ਹੁੰਦੇ ਨੇ, ਸਾਡੇ ਪਿੰਡ 'ਚ ਕੋਈ ਬੰਦਾ ਵੀ ਬਾਹਰ ਦੇ ਮੁਲਕ ਨਹੀਂ ਹੈ। ਕਹਿੰਦਾ ਅਮਾਰੀ ਕਹਿੰਦਾ ਪੁੱਤਰ ਕੋਈ ਨਹੀਂ, ਚਲੋ ਉੱਥੇ ਜਾਇਓ, ਜਾ ਕੇ ਮਿਲ ਗਿਲ ਆਵਿਓ, ਨਾਲੇ ਰੋਟੀ ਛੋਟੀ ਖਾਵਿਓ, ਨਾਲੇ ਫਿੱਟ ਆਵਿਓ। ਕਹਿੰਦਾ ਮੈਂ ਕਿਹਾ ਠੀਕ ਹੈ ਅਮਾ ਜੀ, ਜਿਸ ਤਰ੍ਹਾਂ ਤੁਸੀਂ ਆ ਦਿਓ ਚਲੋ ਅਸੀਂ ਲਗੇ ਜਾਵਾਂਗੇ। ਕਹਿੰਦਾ ਉਹ ਬੜੇ ਖੁਸ਼ ਹੋ ਗਏ, ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਫਲਾਣੇ ਦਿਨ। ਉਹਨਾਂ ਕਿਹਾ ਠੀਕ ਹੈ ਅਸੀਂ ਆ ਜਾਵਾਂਗੇ। ਕਹਿੰਦਾ ਬੀਬੀ ਨੂੰ ਮੈਂ ਆਖਿਆ ਕਿ ਚਲੋ ਕੋਈ ਨਹੀਂ ਮਸਲਾ, ਜਾਵਾਂਗੇ ਨਾਲੇ ਫਿੱਟ ਆਵਾਂਗੇ, ਕਿਹੜਾ ਕੋਈ ਮਸਲਾ। ਕਹਿੰਦਾ ਬੀਬੀ ਕਹਿੰਦੀ ਹੈ ਠੀਕ ਹੈ ਜਿਸ ਤਰ੍ਹਾਂ ਤੁਸੀਂ ਆਖੋ। ਕਹਿੰਦਾ ਇਸ ਤਰ੍ਹਾਂ ਅਸੀਂ ਫੇਰ ਟੁਰ ਕੇ ਜਿਸਲੇ ਉਹਨਾਂ ਦੇ ਘਰ ਅਸੀਂ ਉੱਥੇ ਪਹੁੰਚਿਆ, ਕਹਿੰਦਾ ਵਾਕਈ ਜਿਹੜਾ ਬੜਾ ਕੱਚਾ ਰਸਤਾ ਸੀ। ਉਹਨਾਂ ਦੇ ਘਰ ਪਹੁੰਚਦੇ ਸਾਨੂੰ ਕਾਫੀ ਜਿਹੜਾ ਖੱਜਲ ਖੁਆਰੀ ਹੋ ਗਈ ਸੀ, ਬੱਚੇ ਵੀ ਜਿਹੜਾ ਬੜੇ ਤੰਗ ਹੋ ਗਏ ਸੀ। ਜ਼ਾਰੀ ਗੱਲ ਹੈ ਗੱਡੀ 'ਚ ਉਝਕੇ ਲੱਗ ਕੇ ਰੋਡ ਵੀ ਜਿਹੜਾ ਬੜਾ ਖਰਾਬ ਸੀ। ਕਹਿੰਦਾ ਬਹਰਹਾਲ ਜਿਸਲੇ ਉੱਥੇ ਉਹਨਾਂ ਦੇ ਘਰ ਪਹੁੰਚੇ ਆ ਤੇ ਉਹ ਬੜੇ ਖੁਸ਼ ਹੋ ਗਏ ਨੇ। ਕੱਚਾ ਜਿਹਾ ਉਹਨਾਂ ਦਾ ਵਿਹੜਾ ਸੀ। ਕਹਿੰਦਾ ਫਟਵਾ ਨਾਲ ਸਿਰ ਤੇ ਹੱਥ ਫੇਰਿਆ ਤੇ ਮੰਜੀ ਡਾਈ ਤੇ ਕਹਿੰਦਾ ਅਸੀਂ ਦਰਖਤ ਦੇ ਥੱਲੇ ਜਿਹੜਾ ਬਹਿ ਰਹੇ। ਕਹਿੰਦਾ ਸਾਰੇ ਬੱਚੇ ਬਹਿ ਰਹੇ, ਆਖਣ ਗਰਮੀ ਬੜੀ ਲੱਗਦੀ ਹੈ। ਕਹਿੰਦਾ ਬਹਰਹਾਲ ਅਸੀਂ ਬੈਠੇ ਰਹੇ। ਉਹਨਾਂ ਥੋੜੀ ਦੇਰ ਬਾਅਦ ਜਿਹੜਾ ਨਾ ਕੁੱਕੜ ਸ਼ੁੱਕੜ ਲਿਆ ਕੇ ਤੇ ਉਹਨਾਂ ਜ਼ਬਾ ਕਰਕੇ ਤੇ ਉਹਨਾਂ ਰੋਟੀ ਛੋਟੀ ਬਣਾਉਣੀ ਸ਼ੁਰੂ ਕਰਤੀ। ਕਹਿੰਦਾ ਹੋਰ ਵੀ ਨਾਲ ਦੇ ਜਿਹੜੇ ਗੁਆਂਢੀ ਸ਼ਾਂਢੀ ਐਸੀ ਉਹ ਵੀ ਆ ਗਏ ਮਿਲਣ ਗਿਲਣ ਵਾਸਤੇ। ਕਹਿੰਦੇ ਜੀ ਤੁਹਾਡਾ ਬੜਾ ਜ਼ਿਕਰ ਹੁੰਦਾ ਕਿ ਤੁਸੀਂ ਇਹਨਾਂ ਦੇ ਘਰ ਆਵੋਗੇ। ਕਹਿੰਦਾ ਕੋਈ ਮਸਲਾ ਨਹੀਂ, ਸਾਡੇ ਰਿਸ਼ਤੇਦਾਰ ਨੇ, ਅਸਾਂ ਕਿਉਂ ਨਹੀਂ ਸੀ ਆਉਣਾ। ਬਹਰਹਾਲ ਕਹਿੰਦਾ ਜਿਸਲੇ ਉੱਤੇ ਬੈਠੇ ਉਹਨਾਂ ਰੋਟੀ ਛੋਟੀ ਬੜੀ ਸੋਹਣੀ ਸਾਨੂੰ ਖਵਾਲੀ। ਕਹਿੰਦਾ ਰੋਟੀ ਛੋਟੀ ਖਾਣ ਤੋਂ ਬਾਅਦ ਜਿਸਲੇ ਉਹ ਕਹਿੰਦੇ ਅਸਾਂ ਤੁਹਾਨੂੰ ਹੁਣ ਵਾਪਸ ਕੋਈ ਨਹੀਂ ਜਾਣ ਦੇਣਾ। ਕਹਿੰਦਾ ਜ਼ਾਹਰੀ ਗੱਲ ਆ ਪਿੰਡ ਸੀ, ਅਸੀਂ ਤਾਂ ਇਹੀ ਕੋਸ਼ਿਸ਼ ਕੀਤੀ ਕਿ ਸ਼ਾਮਾਂ ਨੂੰ ਅਸੀਂ ਵਾਪਸ ਆਉਣਾ। ਕਿ ਨਾ ਅਸਾਂ ਤੁਹਾਨੂੰ ਨਹੀਂ ਜਾਣ ਦੇਣਾ, ਤੁਸੀਂ ਸਾਡੇ ਘਰ ਰਹਿਣਾ। ਕਹਿੰਦਾ ਬਹਰਹਾਲ ਅਸੀਂ ਜਿਹੜਾ ਉੱਥੇ ਮਜਬੂਰਨ ਜਿਹੜਾ ਉਹਨਾਂ ਦੇ ਘਰ ਰਹਿਣਾ ਪਿਆ। ਉਹਨਾਂ ਬਾਹਰ ਮੰਜੀਆਂ ਡਾਈਆਂ, ਕਹਿੰਦਾ ਇਤਨਾ ਮੱਛਰ ਸੀ ਕਿ ਛੱਡ ਗਾਲ ਦਿਓ। ਕਹਿੰਦਾ ਬਹਰਹਾਲ ਬੱਚੇ ਵੀ ਬੜੇ ਤੰਗ ਪਏ। ਕਹਿੰਦਾ ਸੁਬਾਹ ਉਹਨਾਂ ਜਿਸਲੇ ਨਾਸ਼ਤਾ ਕਰਾਇਆ, ਜ਼ਾਹਰੀ ਗੱਲ ਉਹ 5 ਵਜੇ ਉੱਠ ਜਾਂਦੇ ਨੇ। ਕਹਿੰਦਾ ਨਾਸ਼ਤਾ ਵਗੈਰਾ ਕਰਕੇ ਤੇ ਬੱਚੇ ਕਹਿੰਦੇ ਚਲੋ ਵਾਪਸ ਚਲੀਏ। ਕਹਿੰਦਾ ਮੈਂ ਕਿਹਾ ਸਬਰ ਕਰ ਜੋ, ਲਗੇ ਜਾਂਦੇ ਆ। ਕਹਿੰਦਾ ਉਹ ਕਹਿੰਦੇ ਦੁਪਹਿਰਾਂ ਦੀ ਰੋਟੀ ਤੁਸੀਂ ਖਾ ਕੇ ਜਾਣੀ ਹੈ। ਕਹਿੰਦਾ ਨਾ ਅਸਾਂ ਰੋਟੀ ਛੋਟੀ ਕੋਈ ਨਹੀਂ ਖਾਣੀ, ਹੁਣ ਅਸੀਂ ਜਿਹੜਾ ਵਾਪਸ ਜਾਵਾਂਗੇ ਸਾਨੂੰ ਉੱਥੇ ਜਿਹੜਾ ਬੰਦੇ ਮਿਲਣ ਵਾਸਤੇ ਆਉਂਦੇ ਨੇ। ਕਹਿੰਦਾ ਅੱਗੂ ਨਾ ਸਾਡੇ ਵਾਸਤੇ ਕੱਪੜੇ ਛਪੜੇ ਲੈ ਕੇ ਪਹਿਲਾਂ ਹੀ ਰੱਖੇ ਸੀ ਸਾਨੂੰ। ਕਹਿੰਦੇ ਨੇ ਇਹ ਤੁਹਾਡੇ ਅਸੀਂ ਕੱਪੜੇ ਲਏ ਨੇ। ਕਹਿੰਦਾ ਅਸਾਂ ਆਖਿਆ ਕੋਈ ਨਹੀਂ ਲੋੜ ਇਹਨਾਂ ਚੀਜ਼ਾਂ ਦੀ, ਤੇ ਤੁਸੀਂ ਜਿਹੜਾ ਇਹ ਰਹਿਣ ਦਿਓ। ਕਹਿੰਦਾ ਨਾ ਅਸਾਂ ਤੁਹਾਨੂੰ ਕੱਪੜੇ ਦੇਣੇ ਹੀ ਦੇਣੇ ਨੇ। ਕਹਿੰਦਾ ਸਾਰੇ ਪਿੰਡ ਵਾਲੇ ਤੱਕਦੇ ਸੀ ਪਏ ਕਿ ਅਸੀਂ ਜਿਹੜਾ ਇਹ ਬਾਹਰ ਦੇ ਮੁਲਕੋਂ ਆਏ ਨੇ। ਕਹਿੰਦਾ ਬਾਹਰ ਜਿਸੇ ਮਿਲ ਗਿਲ ਕੇ ਉੱਥੋਂ ਨਿਕਲੇ ਆ, ਅਸੀਂ ਆ ਗਏ ਆ ਘਰ। ਆ ਕੇ ਬੀਵੀ ਮੇਰੀ ਕਹਿੰਦੀ ਹੈ ਕਿ ਬੜੇ ਹੀ ਗਰੀਬ ਬੰਦੇ ਨੇ ਤੇ ਤੁਸੀਂ ਕੋਸ਼ਿਸ਼ ਕਰੋ ਇਹਨਾਂ ਦੀ ਮਦਦ ਵਗੈਰਾ ਕਰਦੇ ਰਵਿਆ ਕਰੋ। ਇਤਨਾ ਵੱਡਾ ਇਹਨਾਂ ਦਾ ਦਿਲ ਹੈ, ਜਿਤਨਾ ਇਹਨਾਂ ਚਾਹ ਸਾਡਾ ਕੀਤਾ ਕਿਸੇ ਵੀ ਨਹੀਂ ਕੀਤਾ। ਇਸ ਵਾਸਤੇ ਤੁਸੀਂ ਜਿਹੜਾ ਇਹਨਾਂ ਨਾਲ ਧਿਆਨ ਰੱਖਿਆ ਕਰੋ। ਕਹਿੰਦਾ ਮੈਂ ਵੀ ਇਹੀ ਸੋਚਣਾ ਪਿਆ ਕਿੰਨੇ ਮਾੜੇ ਇਹਨਾਂ ਦੇ ਘਰ ਨੇ, ਚਲੋ ਛੱਤ ਇਹਨਾਂ ਦੀ ਮੈਂ ਪੱਕੀ ਕਰਵਾ ਦਿਆਂਗਾ, ਚਲੋ ਇਹਨਾਂ ਦਾ ਮੁੰਡਾ ਵੀ ਹੈ, ਇਹਨੂੰ ਵੀ ਕਿਸੇ ਪਾਸੇ ਮੈਂ ਲਾ ਦਿਆਂਗਾ। ਬਹਰਹਾਲ ਕਹਿੰਦਾ ਇਹ ਸੋਚਦੇ ਸਾਂ ਪਏ ਤੇ ਕਹਿੰਦਾ ਤਕਰੀਬਨ ਇਸ ਤਰ੍ਹਾਂ ਬੰਦੇ ਸ਼ੰਦੇ ਆਉਂਦੇ ਰਹੇ, ਅਸੀਂ ਕਿਤੇ ਬਾਹਰ ਫਿਰਦੇ ਟੁਰਦੇ ਰਹੇ, ਮਸਰੂਫੀਅਤ ਸਾਡੀ ਐਸੇ ਤਰ੍ਹਾਂ ਰਹੀ। ਕਹਿੰਦਾ ਇੱਕ ਦਿਨ ਅਸੀਂ ਬਾਹਰੋਂ ਆਏ ਆ ਤੇ ਆ ਕੇ ਤੱਕਿਆ ਤੇ ਉਹ ਰਿਸ਼ਤੇਦਾਰ ਫੇਰ ਆ ਕੇ ਸਾਡੇ ਘਰ ਬੈਠੇ। ਕਹਿੰਦਾ ਜਿਸਲੇ ਸਾਡੇ ਘਰ ਬੈਠੇ ਸੀ ਤੇ ਮੈਂ ਤਾਂ ਕੇ ਹੈਰਾਨ ਪਰੇਸ਼ਾਨ ਹੋ ਗਿਆ। ਕਹਿੰਦਾ ਲੇਕਿਨ ਅਸੀਂ ਇਹਨਾਂ ਦੇ ਘਰ ਗਏ ਸਾਂ, ਅੱਛਾ ਵੈਲਕਮ ਕੀਤਾ ਸੀ ਨੇ। ਕਹਿੰਦਾ ਮੈਂ ਜਾ ਕੇ ਬਹਿ ਰਿਹਾ, ਬੜਾ ਖੁਸ਼ ਹੋ ਕੇ ਮਿਲਿਆ। ਮੈਂ ਬਾਹਰ ਮੁੜਨ ਟੋਰਿਆ, ਜਾ ਕੇ ਕੁਝ ਚੀਜ਼ਾਂ ਲੈ ਕੇ ਆ ਖਾਣ ਵਾਲੀਆਂ। ਕਹਿੰਦਾ ਜਿਸੇ ਲੈ ਕੇ ਆਇਆ ਤੇ ਖਾਣ ਪੀਣ ਵਾਸਤੇ ਉਹ ਬਹਿ ਗਏ, ਗੱਪਸ਼ਪ ਲਾਉਂਦੇ ਰਹੇ। ਕਹਿੰਦਾ ਉਹਨਾਂ ਦਾ ਮੁੰਡਾ ਮੇਰੇ ਕੋਲ ਬੈਠਾ ਰਿਹਾ। ਕਹਿੰਦਾ ਭਾਈ ਮੈਂ ਵੀ ਬਾਹਰ ਦੇ ਮੁਲਕ ਜਾਣਾ ਚਾਹਨਾ। ਉਹਨੇ ਆਖਿਆ ਕੋਈ ਨਹੀਂ, ਬਾਹਰ ਦੇ ਮੁਲਕ ਇਤਨਾ ਸੌਖਾ ਨਹੀਂ ਹੈ, ਬੜੇ ਪੈਸੇ ਲੱਗਦੇ ਨੇ ਤਾਂ ਬੰਦਾ ਬਾਹਰ ਜਾਂਦਾ। ਇਹ ਭਾਈ ਤੁਸੀਂ ਮੈਨੂੰ ਬਾਹਰ ਲੈ ਜਾਓ ਨਾ। ਕਹਿੰਦਾ ਇਤਨੀ ਦੇਰ ਨੂੰ ਉਹਦੀ ਅੰਮਾ ਵੀ ਆ ਗਈ। ਅੰਮਾ ਆ ਕੇ ਆਖਦੀ ਹੈ ਕਿ ਪੁੱਤਰ ਸਾਡਾ ਮੁੰਡਾ ਵੀ ਬਾਹਰ ਜਾਣਾ ਚਾਹੁੰਦਾ, ਇਹਦਾ ਵੀ ਤੁਸੀਂ ਕੁਝ ਕਰੋ ਨਾ, ਅਸੀਂ ਤੇ ਮਾੜੇ ਆ, ਚਲੋ ਮੁੰਡਾ ਕਮਾ ਕੇ ਉੱਥੇ ਤੁਹਾਨੂੰ ਪੈਸੇ ਦੇ ਦੇਗਾ। ਕਹਿੰਦਾ ਮੈਂ ਕਿਹਾ ਹਾਲਾ ਜੀ 40-50 ਲੱਖ ਰੁਪਈਆ ਲੱਗਦਾ, ਐਡਾ ਸੌਖਾ ਨਹੀਂ ਹੈ ਬਾਹਰ ਖੜਨਾ, ਇਹ ਜ਼ਰਾ ਬੰਦਾ ਮੁਸ਼ਕਲ ਨਾਲ ਹੀ ਉੱਥੇ ਪਹੁੰਚ ਜਾਣਾ। ਪੁੱਤਰ ਚਲੋ ਤੁਸੀਂ ਕਰ ਦਿਓ ਨਾ, ਆਪੇ ਮੁੰਡਾ ਤੁਹਾਨੂੰ ਦੇ ਦੇਗਾ।
ਕਹਿੰਦਾ ਮੈਂ ਕਿ ਹਾਲਾ ਜੀ ਮੈਂ ਤੁਹਾਨੂੰ ਝੂਠਾ ਲਾਰਾ ਨਹੀਂ ਲਾਂਦਾ, ਇਹ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਹੁੰਦਾ ਹੈ ਤੇ ਆ ਬੜੀ ਮੁਸ਼ਕਲ ਨਾਲ 3 ਸਾਲ ਬਾਅਦ ਆਪਣੇ ਬੱਚੇ ਮੈਂ ਵਾਪਸ ਪਾਕਿਸਤਾਨ ਲੈ ਕੇ ਆਇਆ, ਇਤਨੇ ਪੈਸੇ ਨਹੀਂ ਹੁੰਦੇ, ਇਸ ਵਾਸਤੇ ਮੈਂ ਨਹੀਂ ਤੁਹਾਡੀ ਕੋਈ ਮਦਦ ਕਰ ਸਕਦਾ। ਕਹਿੰਦਾ ਪਰ ਲੋ ਬੈਠੇ ਰਹੇ, ਅਸਾਂ ਕੋਈ ਕਪੜਾ ਜੁੱਤੀ ਉਹਨਾਂ ਕੋਈ ਸ਼ੈ ਨਾ ਦਿੱਤੀ। ਕਹਿੰਦਾ ਸ਼ਾਮਾਂ ਵੇਲੇ ਹਾਲਾਰੀ ਆ ਗਏ, ਪੁੱਤਰ ਤੱਕ ਅਸਾਂ ਤੇਰਾ ਕਿਤਨਾ ਕੀਤਾ, ਤੈਨੂੰ ਅਸਾਂ ਕੱਪੜੇ ਦਿੱਤੇ ਨੇ, ਰਾਤ ਰੱਖਿਆ, ਸਾਰੇ ਪਿੰਡ ਵਾਲਿਆਂ ਨੂੰ ਦੱਸਿਆ ਕਿ ਤੂੰ ਸਾਡਾ ਰਿਸ਼ਤੇਦਾਰ ਹੈ, ਪੁੱਤਰ ਸਾਡੀ ਮਦਦ ਕਰ। ਕਹਿੰਦਾ ਮੈਂ ਕਿਹਾ ਹਾਲਾ ਜੀ ਮੈਂ ਤੁਹਾਨੂੰ ਝੂਠਾ ਲਾਰਾ ਨਹੀਂ ਲਾਂਦਾ, ਸਾਡੇ ਕੋਲੇ ਗੁੰਜਾਇਸ਼ ਕੋਈ ਨਹੀਂ। ਕਹਿੰਦਾ ਅੱਗੋਂ ਮੇਰੀ ਅੰਮਾ ਨਾਲ ਜਾ ਕੇ ਗੱਲ ਕਰਦੇ ਨੇ ਕਿ ਭੈਣ ਸਾਨੂੰ 2 ਲੱਖ ਰੁਪਈਆ ਤੇ ਦਿਓ ਨਾ। ਕਹਿੰਦਾ ਅੰਮਾ ਜੀ ਮੈਨੂੰ ਕਹਿੰਦੇ ਨੇ ਕਿ ਪੁੱਤਰ ਹੈ ਨਹੀਂ ਪੈਸੇ, ਦੇ ਦੇਣੇ ਰੁਪਈਆ 2 ਲੱਖ। ਕਹਿੰਦਾ ਮੈਂ ਕਿਹਾ ਅੰਮਾ ਜੀ 2 ਲੱਖ ਮੇਰੇ ਕੋਲ ਕਿੱਥੋਂ ਆਇਆ, ਮੈਂ ਤੇ ਮਸਾ ਮਾਰ ਕੇ ਆਪਣਾ ਖਰਚਾ ਲੈ ਕੇ ਆਏ ਆ ਨਾ। ਪੁੱਤਰ ਉਹ ਮੰਗਦੇ ਨੇ ਪਏ ਤੇ ਉਹ ਆਂਦੇ ਨੇ ਸਾਨੂੰ ਦਿਓ ਹੀ ਦਿਓ, ਜਿੱਥੋਂ ਮਰਜ਼ੀ ਦਿਓ, ਸਾਨੂੰ ਲੋੜ ਹੈ। ਕਹਿੰਦਾ ਮੈਂ ਕਿਹਾ ਅੰਮਾ ਜੀ ਇਹਨਾਂ ਨੂੰ ਆਖੋ ਸਾਡੇ ਕੋਲ ਜਿਹੜਾ ਪੈਸੇ ਕੋ ਨਹੀਂ। ਕਹਿੰਦਾ ਯਕਦਮ ਉਸ ਜਨਾਨੀ ਦਾ ਰੰਗ ਹੀ ਬਦਲ ਗਿਆ। ਕਹਿੰਦਾ ਯਕਦਮ ਸਮਝ ਵੀ ਨਾ ਆਈ। ਉਹ ਕਹਿੰਦੀ ਆ ਪੁੱਤਰ ਇਸ ਤਰ੍ਹਾਂ ਤੈਨੂੰ ਅਸੀਂ ਇੰਨੇ ਦਾ ਸੂਟ ਲਿਆ ਕੇ ਦਿੱਤਾ, ਇੰਨੇ ਦੇ ਅਸੀਂ ਕੁੱਕੜ ਜਿਹੜਾ ਜ਼ਬਾ ਕੀਤਾ। ਕਹਿੰਦਾ ਮੈਂ ਕਿਹਾ ਹਾਲਾ ਜੀ ਜਿਤਨੇ ਤੁਹਾਡੇ ਪੈਸੇ ਬਣਦੇ ਨੇ ਸੂਟ ਤੇ ਪਹਿਲਾਂ ਵੀ ਜਿਹੜਾ ਮੈਂ ਕਿਸੇ ਨੂੰ ਦੇਣਾ ਸੀ, ਇਹ ਲਓ ਆਪਣਾ ਸੂਟ ਫੜੋ ਤੇ ਇਹ ਜਿਹੜਾ ਤੁਸੀਂ ਸਾਡੇ ਤੇ ਰੋਟੀ ਪਾਣੀ ਦਾ ਖਰਚਾ ਕੀਤਾ ਇਹ ਪੈਸੇ ਫੜੋ ਮਿਹਰਬਾਨੀ ਕਰਕੇ, ਤੇ ਹੁਣ ਦੁਬਾਰਾ ਇਸ ਬਾਰੇ 'ਚ ਗੱਲ ਨਾ ਕਰਿਓ। ਕਹਿੰਦਾ ਉਹ ਰੋਣ ਲੱਗ ਪਈ। ਅੰਮਾ ਜੀ ਕਹਿੰਦਾ ਨਾ ਪੁੱਤਰ ਨਾ ਨਾਰਾਜ਼ ਕਰ, ਇਹ ਗਰੀਬ ਬੰਦੇ ਨੇ, ਜ਼ਾਹਿਰੀ ਗੱਲ ਹੈ ਇਹ ਦੁੱਖ ਨਾਲ ਹੀ ਗੱਲਾਂ ਕਰਦੇ ਨੇ ਤੇ ਤੂੰ ਇਹਨਾਂ ਦੀਆਂ ਗੱਲਾਂ ਮਹਿਸੂਸ ਨਾ ਕਰ। ਕਹਿੰਦਾ ਮੈਂ ਕਿਹਾ ਅੰਮਾ ਜੀ ਬਹਰਹਾਲ ਇਸ ਤਰ੍ਹਾਂ ਤਾਂ ਨਹੀਂ ਨਾ ਕਿਸੇ ਨੂੰ ਗੱਲਾਂ ਸੁਣਾਉਣੀਆਂ ਚਾਹੀਦੀਆਂ। ਕਹਿੰਦਾ ਚੱਲ ਪੁੱਤਰ ਕੋਈ ਨਹੀਂ ਤੂੰ ਇਗਨੋਰ ਕਰਿਆ ਕਰ, ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਮਹਿਸੂਸ ਕਰੀਦੀਆਂ। ਕਹਿੰਦਾ ਬਹਰਹਾਲ ਅੰਮਾਰਾ ਉਹਨੂੰ ਰਾਜ਼ੀ ਕਰਕੇ ਟੁਰਨ ਆਖਿਆ ਤੂੰ ਫਿਕਰ ਨਾ ਕਰ, ਮੈਂ ਤੈਨੂੰ 2 ਲੱਖ ਰੁਪਈਆ ਦਿਆਂਗੀ। ਕਹਿੰਦਾ ਮੈਂ ਤੇ ਸੋਚੀ ਪੈ ਗਿਆ ਕਿ ਬੰਦਾ ਕੀ ਕਰੇ, ਇੱਥੇ ਕਿਸੇ ਨੂੰ ਹੱਸ ਕੇ ਮਿਲੇ ਤੇ ਬੰਦਾ ਅੱਗੋਂ ਪੈਸੇ ਮੰਗਣ ਲੱਗ ਪੈਂਦਾ। ਮੈਂ ਤੇ ਸੋਚਿਆ ਸੀ ਕਿ ਬੜੇ ਵੱਡੇ ਦਿਲ ਦੇ ਮਾਲਕ ਨੇ, ਲੇਕਿਨ ਕਹਿੰਦਾ ਮੈਂ ਹੁਣੇ ਹੀ ਸੋਚਿਆ ਕਿ ਅੱਜ ਤੋਂ ਬਾਅਦ ਕਿਸੇ ਦੇ ਘਰੋਂ ਜਾ ਕੇ ਮੈਂ ਰੋਟੀ ਨਹੀਂ ਖਾਣੀ, ਨਾ ਕੋਈ ਦਾਵਤ ਖਾਣੀ ਹੈ, ਬਜਾਏ ਕੋਈ ਡਿਮਾਂਡ ਕਰੇ। ਇਸ ਤਰ੍ਹਾਂ ਦਾ ਵੀ ਕੰਮ ਹੋ ਜਾਂਦਾ। ਜ਼ਾਹਿਰੀ ਗੱਲ ਹੈ ਪਾਕਿਸਤਾਨ ਦੇ ਬੰਦੇ ਆਈ ਬੜੇ ਮਜਬੂਰ ਨੇ, ਉਹ ਕੋਸ਼ਿਸ਼ ਕਰਦੇ ਨੇ ਕਿ ਚਲੋ ਇਹਨਾਂ ਕੋਲ ਕੋਈ ਸਾਨੂੰ ਲੱਭ ਜੇ ਤੇ ਸਾਡੀ ਕੋਈ ਮਦਦ ਹੋ ਜੇ, ਲੇਕਿਨ 40-50 ਲੱਖ ਰੁਪਈਆ ਕੌਣ ਕਿਸੇ ਦਾ ਦੇ ਸਕਦਾ, ਬੜਾ ਔਖਾ ਕੰਮ ਹੈ। ਇਸ ਤਰ੍ਹਾਂ ਦੀ ਡਿਮਾਂਡ ਨਹੀਂ ਕਿਸੇ ਨੂੰ ਕਰਨੀ ਚਾਹੀਦੀ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ, ਸਿਹਤ ਹੈ ਤੇ ਸਭ ਕੁਝ ਹੈ। ਅੱਲਾ ਹਾਫਿਜ਼।